ਅੱਜ ਲੁਧਿਆਣਾ ਦੇ ਬੱਚਤ ਭਵਨ ਵਿਖੇ ਏਡੀਸੀ ਜਗਰਾਉਂ ਦੀ ਅਗਵਾਈ ਵਿੱਚ ਕਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀ ਜਗਰਾਉਂ ਨੇ ਕਿਹਾ ਕਿ ਤੀਸਰੀ ਲਹਿਰ ਨੂੰ ਦੇਖਦਿਆਂ ਜੋ ਭਿਆਨਕ ਬਿਮਾਰੀ ਓਮਿਕਰੋਨ ਬੜੀ ਤੇਜ਼ੀ ਨਾਲ ਫੈਲ ਰਹੀ ਹੈ, ਉਸ ਦੇ ਸੰਬੰਧ ਵਿੱਚ ਸਕੂਲੀ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 15 ਤੋਂ 18 ਸਾਲ ਦੀ ਹੈ, ਉਹਨਾਂ ਨੂੰ ਜਲਦ ਹੀ ਵੈਕਸੀਨੇਸ਼ਨ ਲਗਾਈ ਜਾਵੇਗੀ। ਅੱਜ ਦੀ ਮੀਟਿੰਗ ਹੈ ਜਿਹੜੀ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਦੀ ਗਾਈਡਲਾਈਨਸ ਆਈਆਂ ਹੈਗੀਆਂ। ਉਹਨਾਂ ਨੇ ਕਿਹਾ ਕਿ 3rd ਔਰ 10th ਤੋਂ 10th ਨੂੰ ਬੂਸਟਰ ਡੋਜ਼ ਔਰ 3rd ਨੂੰ ਜਿਹੜਾ ਸਾਡਾ ਏਜ ਗਰੁੱਪ ਹੈ 15 to 18 ਉਹਨਾਂ ਲਈ ਵੈਕਸੀਨੇਸ਼ਨ ਡਰਾਈਵ ਸ਼ੁਰੂ ਹੋ ਰਹੀ ਹੈ। ਸੋ ਅਸੀਂ ਅੱਜ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਸ ਜਿਹੜੇ ਹਾਇਰ ਸੈਕੰਡਰੀ ਸਕੂਲਸ ਦੇ ਪ੍ਰਿੰਸੀਪਲ ਹੈ ਉਹਨਾਂ ਨੂੰ ਬੁਲਾਇਆ ਸੀਗਾ। DIO ਮੈਮ ਹੈ, DO ਸੈਕੰਡਰੀ ਮੈਮ ਹੈ, ਇਹਨਾਂ ਦੇ ਨਾਲ ਇੱਕ ਮੀਟਿੰਗ ਕਰਨ ਲਈ। ਛੁੱਟੀਆਂ ਚੱਲ ਰਹੀਆਂ ਸਕੂਲਾਂ ਦੇ ਵਿੱਚ, ਇਹਦੇ ਵਿੱਚ ਆਪਣੀ ਕੋਈ ਪਲੈਨਿੰਗ ਕਰ ਲੈਣ। ਜੇ 3 ਤਰੀਕ ਨੂੰ ਗਾਈਡਲਾਈਨਸ ਪ੍ਰੋਪਰ ਆ ਜਾਂਦੀਆਂ ਹੈ ਤਾਂ ਅਸੀਂ ਮੈਸਿਵ ਇੱਕ ਡਰਾਈਵ ਚਲਾ ਦਈਏ ਬੱਚਿਆਂ ਲਈ ਵੈਕਸੀਨੇਸ਼ਨ ਦੀ, ਔਰ ਨਾਲ ਦੀ ਨਾਲ ਉਹਨਾਂ ਦੇ ਪੇਰੈਂਟਸ ਲਈ ਵੀ, ਕਿਉਂਕਿ 8 ਲੱਖ ਡੋਜ਼ ਐਸੀ ਹੈ ਜਿਹੜੀ ਕਿ ਸੈਕਿੰਡ ਡੋਜ਼ ਲੋਕਾਂ ਨੇ ਨਹੀਂ ਲਗਵਾਈ ਹੈਗੀ ਲੁਧਿਆਣੇ ਦੇ ਵਿੱਚ। ਸੋ ਇਸ ਕਰਕੇ ਅੱਜ ਇੱਕ ਮੀਟਿੰਗ ਸੀਗੀ ਆਰਗੇਨਾਈਜ਼ ਕੀਤੀ ਗਈ ਔਰ ਕਾਫੀ ਅੱਛਾ ਸਾਰਿਆਂ ਨੇ ਰਿਸਪੌਂਸ ਦਿੱਤਾ ਹੈਗਾ ਆ, ਹੈਲਪਫੁਲ ਹੈਗੇ ਆ। ਪ੍ਰਿੰਸੀਪਲਸ ਆਪਣੇ ਲੈਵਲ 'ਤੇ ਵੀ ਕਰਨਗੇ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਹੈ ਇਹਨਾਂ ਦੇ ਨਾਲ ਕੋਆਰਡੀਨੇਟ ਕਰੇਗਾ। ਅੱਜ ਤੋਂ ਜੇ 30 ਜਾਂ 40 ਸਾਲ ਜਾਂ 50 ਇਅਰਸ ਬੈਕ ਦੇਖੀਏ, ਜਿਹੜੇ ਸਾਡੇ ਨਾਨੀ ਸੀ ਜਾਂ ਦਾਦੀ ਸੀਗੇ, ਸਾਨੂੰ ਪੋਲੀਓ ਡ੍ਰੌਪਸ ਪਿਲਾਈਆਂ ਉਹਨਾਂ ਨੇ, ਸਾਨੂੰ TB ਦੇ ਜਾਂ BCG ਦੇ ਇੰਜੈਕਸ਼ਨਸ ਲੱਗਦੇ ਸੀ। ਹੁਣ ਤਾਂ ਕੋਈ ਮਾਰਕ ਵੀ ਨਹੀਂ ਆਉਂਦਾ, ਮੇਰੇ ਤਾਂ 3 ਨਿਸ਼ਾਨ ਹੈਗੇ ਵੀ ਆ। ਕਹਿੰਦੇ ਸੀਗੇ ਕਿ ਉਦੋਂ ਲੇਡੀਜ਼ ਘੱਟ ਪੜ੍ਹਦੀਆਂ ਸੀ ਅਤੇ ਅਨਪੜ੍ਹ ਹੁੰਦੀਆਂ ਸੀ, ਮੋਡ ਆਫ ਟਰਾਂਸਪੋਰਟ ਵੀ ਨਹੀਂ ਸੀ। ਕਿਤੇ ਇੱਕ ਜਗ੍ਹਾ ਪਿੰਡ 'ਚ ਜਾਂ ਸ਼ਹਿਰ 'ਚ ਇੰਜੈਕਸ਼ਨ ਕੋਈ ਇੱਕ ਦਿਨ, ਹਫਤੇ 'ਚ ਜਾਂ ਮਹੀਨੇ 'ਚ ਇੱਕ ਦਿਨ ਲੱਗਦਾ ਸੀਗਾ ਅਤੇ ਲਗਵਾਉਣ ਜਾਂਦੀਆਂ ਸੀਗੀਆਂ। ਕਿ ਅੱਜ ਕੱਲ੍ਹ ਦੀ ਜਿਹੜੀ ਪੜ੍ਹੀ ਲਿਖੀ ਜਨਰੇਸ਼ਨ ਹੈ, ਮੇਰੇ ਏਜ ਗਰੁੱਪ ਵਾਲੀ 40 to 50 ਵਾਲੀ, ਅਸੀਂ ਉਹਨਾਂ ਨਾਲੋਂ ਜ਼ਿਆਦਾ ਸਮਝਦਾਰ ਹਾਂ ਕਿ ਅਸੀਂ ਬੇਵਕੂਫ ਹਾਂ। ਜਿਹੜੇ ਕਿ ਜੇ WHO ਨੇ ਕੋਈ ਗਾਈਡਲਾਈਨ ਦਿੱਤੀ ਹੈ, ਸਾਰੀ ਸਰਕਾਰਾਂ ਕਹਿ ਰਹੀਆਂ ਹੈਗੀਆਂ, 1 ਕਰੋੜ ਲੋਕਾਂ ਨੇ ਲਗਵਾ ਲਈ ਹੈ, ਜਿਹਦੇ ਵਿੱਚੋਂ ਮੈਜੋਰਟੀ ਉਹ ਹੈ ਜਿਹੜੇ ਪਬਲਿਕ ਸਰਵੈਂਟ ਹੈ ਔਰ ਸਭ ਤੋਂ ਪਹਿਲਾਂ ਡਾਕਟਰਸ ਨੇ ਲਗਵਾਈ ਹੈਗੀ ਹੈ। ਅਤੇ ਤੁਸੀਂ ਲੋਕ ਜਿਨ੍ਹਾਂ ਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕਿ ਵਾਇਰਸ ਕੀ ਹੈ, ਇਹਦੀ ਰੈਮੀਡੀਜ਼ ਕੀ ਹੈ, ਜਾਂ ਇੰਜੈਕਸ਼ਨ ਤੁਹਾਡੇ ਲਈ ਕਿੰਨਾ ਇਫੈਕਟਿਵ ਹੈਗਾ ਆ, ਉਹ ਸਿਰਫ ਘਰ ਰੈਸਟ ਕਰਕੇ ਬੈਠੇ ਹੋ, ਨਹੀਂ ਹਮ ਤੋਂ ਮਰ ਜਾਏਂਗੇ ਵੀ। ਇਟ ਮੀਨਸ ਉਹ ਜਨਰੇਸ਼ਨ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਸੀ। ਜੇ ਉਹ ਜਨਰੇਸ਼ਨ ਤੁਹਾਡੇ ਸਾਰਿਆਂ ਲਈ ਜਾਂ ਸਾਡੇ ਸਾਰਿਆਂ ਲਈ ਇਹ ਸਟੈਪ ਨਾ ਲੈਂਦੀ, ਸਾਨੂੰ ਸਭ ਨੂੰ ਪੋਲੀਓ ਡ੍ਰੌਪਸ ਨਾ ਮਿਲਦੀਆਂ, ਸਾਨੂੰ ਉਸ ਵੇਲੇ ਸਾਡੀ ਵੈਕਸੀਨੇਸ਼ਨ ਨਾ ਹੁੰਦੀ, ਅਤੇ ਅੱਜ ਸੁਸਾਇਟੀ ਦੀ ਕੀ ਹਾਲਤ ਹੋਣੀ ਸੀਗੀ। ਸੋ ਰਿਕੁਐਸਟ ਹੈ ਵੀ ਹਰ ਕੋਈ ਸਮਝਦਾਰ ਹੁੰਦਾ ਆ, ਸਿਰਫ ਅਵੇਸਲਾ ਬਣ ਜਾਂਦਾ। ਤੁਸੀਂ ਕਿਸੇ ਨੂੰ ਇੱਕ ਵਾਰੀ ਸਮਝਾ ਸਕਦੇ ਹੋ, ਫਿਰ ਕੀ ਹੈ। ਜੇ 3rd ਵੇਵ ਆਉਂਦੀ ਹੈ ਤਾਂ ਸਰਕਾਰ ਸਖਤੀ ਕਰੇਗੀ, ਅਤੇ ਸਖਤੀ ਨਾਲੋਂ ਬੈਟਰ ਨਹੀਂ ਹੈ ਵੀ ਤੁਸੀਂ ਪਹਿਲਾਂ ਹੀ ਆਪਣੀ ਰਿਸਪੌਂਸਿਬਿਲਿਟੀ ਸਮਝੋ। ਅੱਜ ਦੀ ਮੀਟਿੰਗ ਦੇ 2-3 ਏਜੰਡੇ ਸੀ, ਆਲ ਰਿਲੇਟਡ ਟੂ ਵੈਕਸੀਨੇਸ਼ਨ। ਫਸਟ ਵਾਜ਼ ਕਿ ਆਨਰੇਬਲ PM ਸਾਹਿਬ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਕਿ ਏਜ ਵਿੱਚ ਜਿਹੜਾ ਆਪਾਂ ਇਨਕਰੀਜ਼ ਕੀਤਾ ਹੈ, ਹੁਣ 15 to 18 ਸਟੂਡੈਂਟਸ ਐਂਡ ਚਿਲਡਰਨ ਆਰ ਆਲਸੋ ਇਨਕਲੂਡਡ। ਉਹਦੀਆਂ ਹਜੇ ਡਿਟੇਲ ਗਾਈਡਲਾਈਨ ਸਟੇਟ ਤੋਂ ਨਹੀਂ ਆਈਆਂ, ਬਟ ਅਸੀਂ ਇੱਕ ਪ੍ਰੀਲਿਮਿਨਰੀ ਮੀਟਿੰਗ ਕੀਤੀ ਹੈ ਜਸਟ ਟੂ ਨੋ ਕਿ ਮਤਲਬ ਕਿਵੇਂ ਆਪਾਂ ਇਹਨੂੰ ਬੈਟਰ ਪਲਾਨ ਕਰ ਸਕਦੇ ਹਾਂ। ਆਪਾਂ ਕਈ ਸਕੂਲ ਦੇ ਪ੍ਰਿੰਸੀਪਲਸ ਬੁਲਾਏ ਸੀ, DIO ਮੈਡਮ ਇੱਥੇ ਨੇ, DO ਮੈਡਮ ਇੱਥੇ ਨੇ, ਇਸ ਲਈ ਸੋ ਦੈਟ ਵੀ ਕੈਨ ਪਲਾਨ ਬੈਟਰ। ਇਹਦੇ 'ਚ ਦੂਸਰਾ ਏਜੰਡਾ ਇਹ ਵੀ ਸੀਗਾ ਕਿ ਜਿਹੜੇ ਆਪਣੇ ਗਵਰਨਮੈਂਟ ਦੇ ਇੰਪਲੋਈਜ਼ ਨੇ, ਇਹਨਾਂ ਦੀ ਸੈਲਰੀ HRMS ਦੇ ਥਰੂ ਬਣਦੀ ਹੈ, ਜਿਹੜਾ ਸੋਫਟਵੇਅਰ ਹੈ। ਉਹਦੇ 'ਚ ਗਵਰਨਮੈਂਟ ਦੀ ਗਾਈਡਲਾਈਨ ਸੀਗੀ ਕਿ ਆਪਾਂ ਨੂੰ ਜੋ ਸੈਕਿੰਡ ਫਾਈਨਲ ਸਰਟੀਫਿਕੇਟ ਮਿਲਦਾ ਹੈ ਵੈਕਸੀਨੇਸ਼ਨ ਦਾ, ਉਹ ਨਾਲ ਇੰਟੀਗ੍ਰੇਟ ਕਰਨਾ ਉਸ ਸੋਫਟਵੇਅਰ ਦੇ, ਉਸ ਤੋਂ ਬਾਅਦ ਸੈਲਰੀ ਬਣੇਗੀ। ਸੋ ਇੱਕ ਮੇਰੀ ਅਪੀਲ ਸਾਰੇ ਗਵਰਨਮੈਂਟ ਇੰਪਲੋਈਜ਼ ਨੂੰ ਵੀ ਜ਼ਰੂਰ ਹੈ ਕਿ ਅੱਗੇ ਇਲੈਕਸ਼ਨਸ ਵੀ ਆ ਰਹੀਆਂ ਨੇ, ਫਿਰ ਸੇਫਟੀ ਦੀ ਵੀ ਗੱਲ ਹੈ ਔਰ ਡਿਊਟੀ ਲੱਗਣ ਦੀ ਵੀ ਗੱਲ ਹੈ, ਅਤੇ ਜਿਹਨੇ ਸੈਕਿੰਡ ਡੋਜ਼ ਨਹੀਂ ਲਗਵਾਇਆ ਜਾਂ ਫਸਟ ਵੀ ਨਹੀਂ ਲਗਵਾਇਆ, ਕਾਈਂਡਲੀ ਲਗਵਾ ਲਓ, ਕਿਉਂਕਿ ਹੁਣ ਸੈਲਰੀ ਵੀ ਰੁਕ ਜਾਏਗੀ ਨਹੀਂ ਤਾਂ। ਐਂਡ 3rd, ਜਿਵੇਂ ਕਿ ਪਹਿਲਾਂ ਮੈਂਸ਼ਨ ਹੋਇਆ, ਲੁਧਿਆਣੇ ਵਿੱਚ 8 ਲੱਖ ਪੀਪਲ ਇੱਦਾਂ ਦੇ ਨੇ ਜਿਨ੍ਹਾਂ ਦੀ ਡੇਟ ਨਿਕਲ ਚੁੱਕੀ ਹੈ ਸੈਕਿੰਡ ਡੋਜ਼ ਲਗਵਾਉਣ ਦੀ। ਉਹਨਾਂ ਨੂੰ ਫਸਟ ਡੋਜ਼ ਲਗਵਾਏ 4, 5, 6 ਮਹੀਨੇ ਹੋ ਗਏ ਨੇ, ਬਟ ਉਹ ਸੈਕਿੰਡ ਡੋਜ਼ ਨਹੀਂ ਲਗਵਾ ਰਹੇ ਨੇ। ਸੋ ਉਹ ਵੀ ਅਸੀਂ ਥੋੜ੍ਹਾ ਪਲਾਨ ਕੀਤਾ ਹੈ, ਸਭ ਨੂੰ ਫੋਨਸ ਵੀ ਕੀਤੇ ਆ ਪਰਸਨਲੀ, ਬਟ ਲੋਕ ਥੋੜ੍ਹਾ ਇਹਨੂੰ ਕੈਜੂਅਲੀ ਲੈ ਰਹੇ ਨੇ ਕਿ ਕਰੋਨਾ ਖਤਮ ਹੋ ਗਿਆ ਹੈ ਜਾਂ ਹੁਣ ਉਨੀ ਟੈਨਸ਼ਨ ਨਹੀਂ ਹੈਗੀ, ਅਸੀਂ ਬਿਜ਼ੀ ਹਾਂ, ਅਸੀਂ ਕੰਮ 'ਤੇ ਹਾਂ। ਬਟ ਆਪਣੀ ਸਿਹਤ ਨਾਲੋਂ ਜ਼ਿਆਦਾ ਜ਼ਰੂਰੀ ਕੋਈ ਕੰਮ ਨਹੀਂ ਹੈਗਾ। ਜਦੋਂ ਆਈਸੋਲੇਟ ਹੋ ਕੇ 15 ਦਿਨ ਘਰ ਬੈਠਣਾ ਪੈਂਦਾ ਹੈ, ਉਦੋਂ ਕੰਮ ਵੀ ਸਫਰ ਕਰਦਾ ਹੈ, ਮੈਂਟਲੀ, ਫਿਜ਼ੀਕਲੀ, ਇਮੋਸ਼ਨਲੀ, ਆਲ ਟਾਈਪਸ ਆਫ ਹੈਲਥ ਰੂਇਨ ਹੋ ਜਾਂਦੀ ਹੈ। ਤੁਹਾਡੇ ਪੇਰੈਂਟਸ ਨੂੰ, ਫੈਮਿਲੀ ਨੂੰ ਜਿਹੜਾ ਐਕਸਟਰਾ ਟੌਰਚਰ ਔਰ ਰਿਸਕ ਹੈ ਉਹ ਅਲੱਗ ਹੈ।
ਸੋ ਆਪਣਾ ਸਾਰਿਆਂ ਦਾ ਬੈਨੀਫਿਟ ਇਸ 'ਚ ਹੀ ਹੈ ਕਿ ਆਪਾਂ ਆਪਣੀਆਂ ਡੋਜ਼ਿਸ ਪੂਰੀਆਂ ਕਰਾਈਏ। ਹੁਣ ਸੈਕਿੰਡ ਲਵਾਵਾਂਗੇ ਤਾਂ ਹੀ ਬੂਸਟਰ ਦੀ 3rd ਵਾਰੀ ਆਏਗੀ। ਸੋ जो ਹੁਣ 3 जनवरी ਤੋਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਜਿਹੜੀ ਮਨਜ਼ੂਰੀ ਮਿਲਦੀ ਹੈ ਲਗਾਈ ਜਾਏਗੀ ਤੇ ਪ੍ਰਿੰਸੀਪਲਸ ਨਾਲ ਅੱਜ ਤੁਹਾਡੀ ਮੀਟਿੰਗ ਹੋਈ ਹੈ, ਗੱਲਬਾਤ ਹੋਈ ਹੈ, ਕੀ ਕੁਝ ਲੱਗਦਾ ਕਿ ਕੀ ਕੁਝ ਹਰਡਲਸ ਵਿੱਚ ਆ ਸਕਦੇ ਨੇ ਤੇ ਉਹਨੂੰ ਕਿਵੇਂ ਆਪਾਂ ਕਰਨਾ ਹੈ, ਉਹਨੂੰ ਲੈ ਕੇ ਵੀ ਜ਼ਰੂਰ ਪਲੈਨਿੰਗ ਹੋਈ ਹੈ। ਦੇਖੋ ਲੌਜਿਸਟਿਕਲੀ ਇਹਦੇ ਵਿੱਚ ਅਸੀਂ ਕੋਈ ਹਰਡਲ ਆਉਣ ਨਹੀਂ ਦੇਵਾਂਗੇ ਕਿਉਂਕਿ ਸਾਡੇ ਕੋਲ ਡੋਜ਼ਿਸ ਵੀ ਪੂਰੇ ਹੁੰਦੇ ਆ, ਸਾਡੇ ਕੋਲ ਮੈਨ ਪਾਵਰ ਵੀ ਠੀਕ ਹੈ, ਅਸੀਂ ਕੈਂਪਸ ਵੀ ਲਗਾਉਂਦੇ ਆ। ਅਸੀਂ ਰੋਜ਼ DPRO ਸਾਹਿਬ ਨੂੰ ਪਤਾ, ਮੈਂ ਰੋਜ਼ ਇੱਕ ਮੈਸੇਜ ਭੇਜਦੀ ਹਾਂ ਕਿ ਕਿੱਥੇ ਕਿੱਥੇ ਅਗਲੇ ਦਿਨ ਕੈਂਪ ਲੱਗਣੇ ਆ। ਦਿਸ ਇਜ਼ ਡਿਫਰੈਂਟ ਫਰੋਮ ਜਿਹੜੇ ਪਰਮਾਨੈਂਟ ਮੰਡੇ ਟੂ ਸੈਟਰਡੇ ਕੈਂਪ ਲੱਗਦੇ ਉਹ ਤਾਂ ਲੱਗਦੇ ਹੀ ਲੱਗਦੇ ਆ। ਦੀ ਓਨਲੀ ਹਰਡਲ ਆਈ ਥਿੰਕ ਇਜ਼ ਨੀਅਤ ਨਹੀਂ ਹੈ ਲਵਾਉਣ ਦੀ, ਅਦਰਵਾਈਜ਼ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ। ਅਸੀਂ ਇੰਨਾ ਕਦੀ ਪੇਪਰ 'ਚ ਦੇ, ਕਦੀ DC ਸਾਹਿਬ ਕੋਈ ਆਪਣੀ ਬਾਈਟ ਦੇ ਰਹੇ, ਕਦੀ SSP ਸਾਹਿਬ ਬਾਈਟ ਦੇ ਰਹੇ ਹੈ, ਪਰ ਲੋਕਾਂ ਨੂੰ ਥੋੜ੍ਹਾ ਇਹ ਅੰਦਰੋਂ ਵੀ ਆਵਾਜ਼ ਆਉਣੀ ਚਾਹੀਦੀ ਕਿ ਸਾਡੀ ਸੇਫਟੀ ਲਈ ਹੈ। ਐਂਡ ਬੱਚਿਆਂ ਲਈ ਹਰਡਲ ਵਿਲ ਬੀ ਬੇਸਿਕਲੀ ਕਿ ਉਹਨਾਂ ਦੇ ਪੇਰੈਂਟਸ ਨਹੀਂ ਮੰਨੂਗੇ। ਸੋ ਪੇਰੈਂਟਸ ਲਈ हाँ जी, आप नंबर पूछ रहे हो, नंबर मैंने अभी DO मैडम को बोला है, हम कैलकुलेट करेंगे क्योंकि प्राइवेट स्कूल्स बहुत सारे हैं। गवर्नमेंट वाले तो ਅਸੀਂ 1 दिन कैलकुलेट कर देंगे, बट टू कलेक्ट दैट डाटा फ्रॉम प्राइवेट स्कूल्स इट विल टेक 2-3 डेज। एज इट इज़ हजे स्टेट तो गाइडलाइन क्लियर नहीं आई है, तो मे बी आज शाम तक या कल तक पता लग जाएगा, देन वी कैन प्लान बेटर। ਮੈਮ ਪੇਰੈਂਟਸ ਦੀ ਕੰਸੈਂਟ ਦੀ ਗੱਲ ਹੋ ਰਹੀ ਸੀ, ਕੀ ਸੋਚਿਆ ਹੈ ਕਿ ਕਿਵੇਂ ਜਿਹੜਾ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਫਿਰ ਕਿਵੇਂ ਸੋਚਿਆ ਹੋਇਆ ਕਿ ਉਹਦੇ ਵਾਸਤੇ ਕਿਵੇਂ ਪੇਰੈਂਟਸ ਨੂੰ ਕਿਵੇਂ ਕਨਵਿੰਸ ਕਰਨਾ ਹੈ ਕਿ ਉਹ ਕਰਨ। ਜਸਟ ਲਾਈਕ ਐਵਰੀਥਿੰਗ ਇਨ ਲਾਈਫ ਆਪਾਂ ਦੂਜੇ ਬੰਦੇ ਨੂੰ ਸਮਝਾ ਹੀ ਸਕਦੇ हैं, ਆਪਾਂ फोर्स नहीं कर सकते। सो जैसे हम हर चीज़ में एक दूसरे को एडवाइस करते हैं, इसमें भी हम एडवाइस कर सकते हैं, इनकरेज कर सकते हैं, फोर्स नहीं कर सकते। लाइक आई सैड ये अपना दिलों आवाज़ आनी चाहिए, अपनी नीयत साफ चाहिए है कि ये नुकसान किन्ने हैं। और टीका लवान विच माड़ा मोटा दर्द होंदा है, एक दिन बुखार चढ़ जाता है, बेटर दैन गोइंग ऑन अ वेंटीलेटर लेटर। आप हॉस्पिटल च जाके भी उत्थे सफ़र करना, उस तो चंगा मास्क ला लो। मैं ना सारिਆਂ ਨੂੰ एक चीज़ कहनी है, अगर यही नहीं लगवाएंगे तो बच्चे कहाँ जाएंगे। वो तो जी होना ही है, दिस तो और डॉक्टर्स विल एग्री कि हमें वैक्सीन लेने से ये थोड़ी है कि हम अमर हो गए हैं और हमारे को बीमारी नहीं हो सकती। इट इज़ जस्ट एक वो है कि सोल्जर्स तैयार हो गए वॉर करने के लिए, बॉडी में सोल्जर्स तैयार हो गए हैं। अब अनफॉर्चुनेट है जिसकी डेथ होगी, इज़ वेरी अनफॉर्चुनेट एंड सैड, उनकी बॉडी नहीं कोप अप कर पाई होगी। बट मुझे 2 बार कोरोना हो चुका है पर्सनली, तो सोल्जर्स हैं वो लड़ते हैं। और भी कोई मेडिकल हाँ जी, हो परसेंटेज आप देखो, जितने हम करोड़ों लोगों को इंडिया में वैक्सीन लगा चुके हैं, ऐसे केस कितनी कम परसेंटेज है। आप उसको फोकस ना करो, आप ये करो कि हम सबके लगा हुआ है, हमें अगर कोरोना हुआ भी है तो इतना माइल्ड हो गया, कोल्ड की तरह पता भी नहीं लगा, निकल गया। या वी शुड टॉक लाइक एजुकेटेड पीपल। हमें सब डॉक्टर्स बार बार ये बात वीडियोज़ में और इंटरनेट पे शेयर करते हैं कि ये हमें कोई फूल प्रूफ नहीं बनाता इंजेक्शन, इट जस्ट हेल्प्स मेकिंग सोल्जर्स इन लेमन लैंग्वेज। इम्यूनिटी हाँ जी, कर रहा है, फाइट के लिए तैयार कर रहा है बॉडी को। नहीं, हमें कोई प्रॉब्लम नहीं है स्कूल्स में, मैं पहले भी करवाती रही हूँ। जस्ट दैट एक ना इतना टाइम और एनर्जी, मैन पावर, ट्रांसपोर्टेशन वहाँ तक जाना, सेटअप करना, वो वैलिड तब होता है जब बहुत सारे लोगों ने लगवाना हो। अब स्कूल में 50 लोग हैं और आप बोलो स्पेशल कैंप लगवा दो, इट्स नॉट फीजिबल, इट्स नॉट फीजिबल। आप खुद सोचो ना, के लिए कैंप लगेंगे, सिंगल पर्सन के लिए नहीं। आपको शायद नहीं है, ऑलरेडी सभी स्कूल्स में टीम वहाँ भेज देंगे, पर 20 लोगों के लिए टीम नहीं ना भेजी जाती, फिर तो हमारे इतने सेंटर चल ही रहे हैं, इकट्ठे कर लेंगे उनको। हाँ हाँ, सो वी आर फ्लेक्सिबल इन दैट मैनर, हमें जो डिमांड आएगी हम वैसे कर देंगे। ठीक है, थैंक। इज दिस लेटेस्ट? आज का डेटा है ये? नहीं मैम, सेकेंड वेव का है, पुराना डेटा है ये। टिल डेट फ्रॉम द बिगनिंग। ओके, मैंने अभी वही बात बोली है ना कि नेशन बिल्डर्स है। प्रॉपर्टी बेचने और खरीदने के लिए संपर्क करें फेयर डील प्रॉपर्टीज।